हाँ जी, ਕਿਸੇ ਨੇ ਇਸ ਤਰ੍ਹਾਂ ਦਾ ਫਿਰਦਾ ਫਿਰਾਉਂਦਾ ਰਾਗੀ ਵੀ ਡਿੱਠਾ। ਨੈਣਾਂ ਦੇ ਅੰਦਰ ਚਮਕ ਇਸ ਤਰ੍ਹਾਂ ਦੀ ਜਿਵੇਂ ਤਰੇਲ ਤੁਬਕੇ 'ਚ ਸੂਰਜ ਚਮਕਦਾ। ਚਿਹਰਾ ਜਲਾਲੀ ਤੇ ਮੱਥਾ ਹੈ ਇੱਦਾਂ ਜਿਵੇਂ ਕਲਸ਼ ਮੰਡਲ ਦੇ ਉੱਪਰ ਟਲਕਦਾ। ਇਤਨਾ ਪਹਿਰਾਵਾ ਹੈ ਸਿੱਧਾ ਤੇ ਸਾਦਾ, ਮੰਨੋ ਲਾਲ ਗੁਦੜੀ ਦੇ ਉੱਤੇ ਦਮਕਦਾ। ਕਿਉਂ ਜੀ, ਕਿਸੇ ਨੇ ਇਸ ਤਰ੍ਹਾਂ ਦਾ ਫਿਰਦਾ ਫਿਰਾਉਂਦਾ ਸਾਈਂ ਲੋਕ ਡਿੱਠਾ। ਉਹ ਪਾਣੀ ਵਾਂਗੂ ਸ਼ਾਂਤ ਹੈ, ਉਸ ਦੀ ਤਿੱਖੀ ਸੋਚ ਜਿਵੇਂ ਤਲਵਾਰ ਵਰਗੀ, ਉਸ ਦਾ ਕਿਰਦਾਰ ਆਸਮਾਨ ਤੋਂ ਵੀ ਉੱਚਾ, ਉਸ ਦੀ ਬਾਣੀ ਦਾ ਹਰ ਬੋਲ ਸੱਚਾ, ਉਸ ਦੀ ਭਾਵਨਾ ਸੱਚੀ, ਇਰਾਦਾ ਸੱਚਾ ਤੇ ਬੋਲ ਉਸ ਦੇ ਖਰੇ ਤੇ ਸਕੂਨ ਵਾਲੇ। ਸੂਰਜ ਦੀ ਪਹਿਲੀ ਕਿਰਨ ਉਦਾਸੀਆਂ ਕਰਕੇ ਸਮਾਜ ਨੂੰ ਸੰਸਾਰ ਨੂੰ ਤਾਰਨ ਵਾਲੇ, ਪਵਿੱਤਰ ਨਿਰਭਉ ਨਿਰਵੈਰ ਤੇ ਸਮਾਜ ਦੀ ਹਰ ਬੁਰੀ ਰੀਤ ਨੂੰ ਖਤਮ ਕਰ ਜਾਬਰ ਹਕੂਮਤ ਨੂੰ ਖਰੀਆਂ ਖਰੀਆਂ ਸੁਣਾਉਣ ਵਾਲੇ ਸਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਮੈਂ ਨੀਵਾਂ ਮੇਰਾ ਮੁਰਸ਼ਿਦ ਉੱਚਾ, ਅਸੀਂ ਉੱਚਿਆਂ ਦੇ ਸੰਗ ਲਾਈਆਂ, ਸਦਕੇ ਜਾਵਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਨਾਲ ਨਿਭਾਈਆਂ। ਉਸ ਨੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਲਿਖਿਆ ਜਪਜੀ ਸਾਹਿਬ ਦਾ ਪਹਿਲਾ ਸਲੋਕ। ਸਭ ਕੁਝ ਲਿਖ ਦਿੱਤਾ ਇਹਨਾਂ ਅਨਮੋਲ ਰਤਨਾਂ ਵਿੱਚ, ਕੁੱਜੇ 'ਚ ਸਮੁੰਦਰ ਬੰਦ ਕਰ ਛੱਡਿਆ ਕਿ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਪ ਜੀ ਦੇ 3 ਸੁਨਹਿਰੀ ਉਪਦੇਸ਼ ਗੁਰਬਾਣੀ ਵਿੱਚੋਂ ਮਿਲਦੇ ਹਨ ਕਿ ਮਨ ਹਾਲੀ ਕਿਰਸਾਨੀ ਕਰਨੀ, ਸਰਸ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ ਰਾਖ ਗਰੀਬੀ ਵੇਸ, ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕੁਦਰਤ ਦੇ ਪ੍ਰੇਮੀ ਗੁਰੂ ਨਾਨਕ ਜੀ ਨੇ ਲਿਖਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਭਾਵ ਹਵਾ ਗੁਰੂ ਹੈ, ਪਿਤਾ ਪਾਣੀ ਹੈ ਤੇ ਧਰਤੀ ਮਾਂ ਹੈ। ਪਵਨ ਗੁਰੂ ਪਾਣੀ ਪਿਤਾ ਧਰਤੀ ਨੂੰ ਜੋ ਮਾਂ ਸਮਝਣ, ਉਹਨਾਂ ਦਾ ਟੱਬਰ ਹੀ ਰਲ ਕੇ ਛਾਵੇਂ ਮੰਜੀ ਡਾਉਂਦਾ ਹੈ। ਆਪ ਜੀ ਨੇ ਧਾਗੇ ਤਵੀਤਾਂ ਤੇ ਵਹਿਮਾਂ ਭਰਮਾਂ ਨੂੰ ਤਿਆਗ ਕੇ ਗਵਾਚੀ ਲਕਾਈ ਨੂੰ ਰੱਬ ਦੇ ਪੁਜਾਰੀ ਬਣਨ ਦੀ ਪ੍ਰੇਰਨਾ ਦਿੱਤੀ। ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। ਧਾਗੇ ਤਵੀਤਾਂ ਵਾਲੇ ਬਾਬੇ ਬੜੇ ਮਿਲ ਜਾਣਗੇ, ਪਰ ਹੱਲ ਚਲਾਉਣ ਵਾਲਾ ਬਾਬਾ ਦੁਬਾਰਾ ਨਹੀਂ ਮਿਲਣਾ। ਲੋਕ ਬਾਬੇ ਨਾਨਕ ਨੂੰ ਲੱਭਦੇ ਨੇ ਜੰਗਲਾਂ 'ਚ, ਹੈ ਉਹ ਕਿੱਥੇ? ਹੈ ਤਾਂ ਉਹ ਹਰ ਜਗ੍ਹਾ ਹੀ, ਪਰ ਮੂਰਖਾਂ ਦੇ ਟੋਲੇ ਸਭ ਤਿਆਗ ਕੇ ਰੱਬ ਨੂੰ ਲੱਭਦੇ ਫਿਰਦੇ ਹਨ ਜੰਗਲਾਂ 'ਚ। ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਵੱਛੀਆਂ, ਜੇ ਰੱਬ ਮਿਲਦਾ ਜੰਗਲ ਬੋਲੇ ਤਾਂ ਮਿਲਦਾ ਗਊਆਂ ਵੱਛੀਆਂ। ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਅੱਜ ਲੋੜ ਹੈ ਬਾਬੇ ਨਾਨਕ ਦੀ ਮੂਰਤ ਨਹੀਂ, ਉਸ ਦੀ ਬਾਣੀ ਦੇ ਪੁਜਾਰੀ ਬਣ ਕੇ ਨਾਮ ਜਪੀਏ, ਵੰਡ ਛਕੀਏ ਤੇ ਕਿਰਤ ਕਰੀਏ, ਸੱਚ ਬੋਲੀਏ, ਸੱਚ ਬੁਲਾਈਏ ਤੇ ਸੱਚ ਪੱਕਾ ਕਰਨ ਦੇ ਪੁਜਾਰੀ ਬਣ ਜਾਈਏ। ਗੁਰੂ ਜੀ ਨੇ ਆਪਣੇ ਕਰਮ ਚੰਗੇ ਤੇ ਸ਼ੁੱਧ ਕਰਨ ਲਈ ਕਿਹਾ, ਕਿਉਂਕਿ ਧੁਰ ਦਰਗਾਹ ਵਿੱਚ ਕਰਮ ਹੀ ਮਨੁੱਖ ਦੇ ਨਾਲ ਜਾਂਦੇ ਹਨ। ਚਾਦਰ ਮੈਲੀ ਤੇ ਸਾਬਣ ਥੋੜ੍ਹਾ, ਬੈਠ ਕਿਨਾਰੇ ਧੋਵੇਂਗਾ, ਦਾਗ ਨਹੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਨਾਲੇ ਰੋਵੇਂਗਾ। ਜੇ ਸਮਾਜ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਲੋੜ ਹੈ ਸਭ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ ਦੀ, ਕਿਉਂਕਿ ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਲੱਭਿਆ ਕੋਈ, ਆਪਣੇ ਅੰਦਰ ਝਾਕ ਕੇ ਵੇਖਿਆ ਮੈਤੋਂ ਬੁਰਾ ਨਾ ਕੋਈ। ਅੱਜ ਦੇ ਸਿੱਖ ਸਿੱਖ ਨਹੀਂ ਰਹੇ, ਕਿਸੇ ਦੀ ਮਦਦ ਕਰਨ ਵਿੱਚ ਵੀ ਆਪਣਾ ਫਾਇਦਾ ਸਮਝਦੇ ਹਨ ਤੇ ਕਹਿੰਦੇ ਹਨ ਕਿ ਅਸੀਂ ਸਿੱਖ ਹਾਂ। ਨਹੀਂ, ਅਸੀਂ ਸਿੱਖ ਹੁੰਦਿਆਂ ਹੋਇਆਂ ਵੀ ਸਿੱਖ ਨਹੀਂ। ਗੁਰੂ ਨਾਨਕ ਦੇਵ ਜੀ ਨੇ ਤਾਂ ਸਮਾਜ ਦੀ ਸੇਵਾ ਕੀਤੀ, ਕਦੇ ਸੋਚਿਆ ਕਿਉਂ ਕਿ ਇਸ ਪਿੱਛੇ ਵੀ ਉਹਨਾਂ ਦਾ ਕੋਈ ਨਿੱਜੀ ਸਵਾਰਥ ਸੀ? ਬਿਲਕੁਲ ਨਹੀਂ। ਸੋ ਅੱਜ ਲੋੜ ਹੈ ਨਵੀਂ ਪੀੜ੍ਹੀ ਨੂੰ ਇਹ ਦੱਸਣ ਦੀ ਕਿ ਬਾਬਾ ਨਾਨਕ ਸਭ ਦਾ ਹੈ। ਉਸ ਨੂੰ ਮਿਲਣ ਲਈ ਕਿਸੇ ਵਿਚੋਲੇ, ਧਾਰਮਿਕ ਰਹੁ ਰੀਤਾਂ ਤੇ ਵਹਿਮਾਂ ਭਰਮਾਂ ਦੀ ਲੋੜ ਨਹੀਂ। ਜਿੱਥੇ ਵੀ ਸੱਚ ਤੇ ਕਿਰਤ ਹੈ, ਬਾਬਾ ਨਾਨਕ ਉੱਥੇ ਆਪ ਵਰਤਦਾ ਹੈ। ਆਓ ਇਸ ਸ਼ਤਾਬਦੀ ਮੌਕੇ ਆਪਣੇ ਆਪ ਨੂੰ ਭਾਗਾਂ ਵਾਲੇ ਜਾਣ ਕੇ ਪ੍ਰਣ ਕਰੀਏ ਕਿ ਅਸੀਂ ਬਾਬੇ ਨਾਨਕ ਦੀ ਮੂਰਤ ਨਹੀਂ, ਉਸ ਦੀ ਬਾਣੀ ਦੇ ਪੁਜਾਰੀ ਬਣ ਕੇ ਉਸ ਦੇ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਵਰਗੇ ਸਿਧਾਂਤਾਂ ਨੂੰ ਜ਼ਿੰਦਗੀ ਵਿੱਚ ਅਖਤਿਆਰ ਕਰਾਂਗੇ। ਸੋ ਸਿਮਰਨ ਕਰੀਏ ਤਾਂ ਮਨ ਸਵਰ ਜਾਵੇ, ਸੇਵਾ ਕਰੀਏ ਤਾਂ ਤਨ ਸਵਰ ਜਾਵੇ। ਕਿੰਨੀ ਮਿੱਠੀ ਸਾਡੇ ਗੁਰਾਂ ਦੀ ਬਾਣੀ, ਅਮਲ ਕਰੀਏ ਤਾਂ ਜ਼ਿੰਦਗੀ ਹੀ ਸਵਰ ਜਾਵੇ। ਕਿਸੇ ਦੀ ਕਲਮ ਦੇ ਬੋਲ ਹਨ, 13 ਤੋਂ ਬਿੰਦੀ ਲਾਹੁਣ ਲਈ ਨਾਨਕ ਹੋਣਾ ਪੈਂਦਾ। ਪਿਆਰ ਨਾਲ ਤਰੀਆਂ ਅੱਖਾਂ, ਸ਼ਰਧਾ ਨਾਲ ਝੁਕਿਆ ਹੋਇਆ ਸਿਰ ਤੇ ਸਹਿਯੋਗ ਕਰਦੇ ਹੋਏ ਹੱਥ ਪਰਮਾਤਮਾ ਤੇ ਨਿਰੰਕਾਰੀ ਬਾਬੇ ਨਾਨਕ ਨੂੰ ਹਮੇਸ਼ਾ ਹੀ ਪਸੰਦ ਹੁੰਦੇ ਹਨ, ਹਮੇਸ਼ਾ ਹੀ ਪਸੰਦ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਲੈਕਚਰ ਦਾ ਵਿਸ਼ਾ ਹੈ ਜਪਜੀ ਸਾਹਿਬ। है कहते नानक शाह जिन्हें वह पूरे हैं आगाह गुरु, वह कामिल रहबर जग में है यूं रोशन जैसे माह गुरु। मकसूद मुराद उम्मीद सभी बरलाते हैं दिल ख्वाह गुरु। नित लुत्फ़ो करम से करते हैं हम लोगों का निर्वाह गुरु। इस बख्शिश के इस अजमत के हैं बाबा नानक शाह गुरु। सब शीस निवार दास करो और हरदम बोलो वाह गुरु, और हरदम बोलो वाह गुरु। ਸ੍ਰਿਸ਼ਟੀ ਦੇ ਆਦਿ ਤੋਂ ਲੈ ਕੇ ਅੱਜ ਤੋਂ 550 ਸਾਲ ਪਹਿਲਾਂ ਤੱਕ ਸੰਸਾਰ ਵਿੱਚ ਬਹੁਤ ਸਾਰੀਆਂ ਕੌਮਾਂ ਪੈਦਾ ਹੋਈਆਂ, ਲੱਖਾਂ ਕਬੀਲੇ ਹੋਂਦ ਵਿੱਚ ਆਏ, ਹਜ਼ਾਰਾਂ ਉਮਤਾਂ ਪ੍ਰਚਲਿਤ ਹੋਈਆਂ ਤੇ ਸੈਂਕੜੇ ਧਰਮ ਸੰਸਾਰ ਸਮੁੰਦਰ ਦੀ ਸਤਹ 'ਤੇ ਉੱਭਰੇ। ਪਰ ਕੋਈ ਵੀ ਕੌਮ ਜਾਂ ਮੁਲਕ ਕੋਈ ਠੋਸ ਮਾਨਵ ਸਾਂਝੀਵਾਲਤਾ ਦਾ ਨਿਜ਼ਾਮ ਨਾ ਪੈਦਾ ਕਰ ਸਕਿਆ। ਕਰੂਰਤਾ ਦਾ ਇੱਕ ਝੱਖੜ ਸੀ ਜੋ ਸਾਰੀ ਧਰਤ ਲੁਕਾਈ 'ਤੇ ਝੁੱਲ ਰਿਹਾ ਸੀ। ਰੂਹਾਨੀਅਤ ਦੀਆਂ ਕਦਰਾਂ ਕੀਮਤਾਂ ਉੱਕਾ ਹੀ ਡਿੱਗ ਚੁੱਕੀਆਂ ਸਨ। ਅਸਮਾਜਿਕਤਾ ਦੇ ਦੁਰਗਣ ਮਨੁੱਖਾਂ ਦੇ ਦਿਲਾਂ ਵਿੱਚ ਬੈਠ ਚੁੱਕੇ ਸਨ। ਮਨੁੱਖੀ ਜ਼ਿੰਦਗੀ ਉੱਪਰ ਕੂੜ, ਅਪਰਾਧ, ਧੋਖੇਬਾਜ਼ੀ, ਲੋਭ, ਲਾਲਚ ਅਤੇ ਵਿਭਚਾਰ ਜਿਹੀਆਂ ਬਦੀ ਦੀਆਂ ਤਾਕਤਾਂ ਨੇ ਬੁਰੀ ਤਰ੍ਹਾਂ ਗਲਬਾ ਪਾਇਆ ਹੋਇਆ ਸੀ। ਹੱਡ ਹਰਾਮ ਲੋਕ ਗਰੀਬਾਂ ਦੀ ਹੱਡ ਭੰਨਵੀਂ ਮਿਹਨਤ ਐਸ਼ੋ ਆਰਾਮ ਲਈ ਵਰਤ ਰਹੇ ਸਨ। ਹੱਕ, ਸੱਚ ਅਤੇ ਇਨਸਾਫ ਦਾ ਨਾਮੋ ਨਿਸ਼ਾਨ ਮਿਟਦਾ ਜਾ ਰਿਹਾ ਸੀ। ਜਬਰ, ਜ਼ੁਲਮ ਅਤੇ ਅਨਿਆਂ ਦੀ ਸਰਦਾਰੀ ਕਾਇਮ ਹੋ ਚੁੱਕੀ ਸੀ। ਸੋ ਇਸ ਧੁੰਦੂ ਕਾਲ ਦੇ ਸਮੇਂ ਮਹਾਨ ਆਤਮਾ ਧੰਨ ਗੁਰੂ ਨਾਨਕ ਦਾ ਆਗਮਨ ਹੋਇਆ, ਜੋ ਧੁਰ ਦਰਗਾਹ ਤੋਂ ਗੁਰੂ ਜੋਤ ਨਾਲ ਸਰਸਾਰ ਹੋ ਕੇ ਇਸ ਸੰਸਾਰ 'ਤੇ ਆਏ। ਇਹ ਉਹ ਗੁਰੂ ਜੋਤ ਹੈ ਜੋ ਬ੍ਰਹਿਮੰਡੀ ਅਰਥ ਰੱਖਦੀ ਹੈ, ਜਿਸ ਦੇ ਮੁਖਾਰਬਿੰਦ ਤੋਂ ਉਚਾਰਿਆ ਇੱਕ ਇੱਕ ਸ਼ਬਦ ਰੂਪੀ ਸੰਦੇਸ਼ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਂਦਾ ਨਜ਼ਰ ਆਉਂਦਾ ਹੈ। ਇੱਕ ਵਕਤ ਐਸਾ ਆਇਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚ ਦੀ ਪ੍ਰਾਪਤੀ ਲਈ ਇੱਕ ਨਵੇਂ ਧਰਮ ਦੀ ਈਜਾਦ ਕਰਨ ਦੀ ਲੋੜ ਪਈ, ਜਿਨ੍ਹਾਂ 'ਤੇ ਦੂਸਰੇ ਧਰਮਾਂ ਵੱਲੋਂ ਕਿੰਤੂ ਪ੍ਰੰਤੂ ਵੀ ਹੋਈ। ਅਗੰਮੀ ਰਸ ਭਰਪੂਰ ਜੀਵਨ ਸੇਧ ਦੇਣ ਵਾਲੀ ਬਾਣੀ ਜਪਜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿੱਧਾਂ ਤੇ ਜੋਗੀਆਂ ਨਾਲ ਸੁਮੇਰ ਪਰਬਤ 'ਤੇ ਹੋਈ ਚਰਚਾ ਦੀ ਵਿਆਖਿਆ ਹੈ, ਜਿਸ ਵਿੱਚ ਸਿੱਧਾਂ ਵੱਲੋਂ ਗੁਰੂ ਜੀ ਨੂੰ ਕੀਤੇ ਕਈ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1 ਤੋਂ ਲੈ ਕੇ ਪੰਨਾ ਨੰਬਰ 8 ਤੱਕ ਸੁਭਾਏਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ, ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ ਕਿ ਪਰਮਾਤਮਾ ਇੱਕ ਹੈ, ਉਸ ਦਾ ਨਾਮ ਆਦਿ ਜੁਗਾਦ ਤੋਂ ਸੱਚਾ ਹੈ, ਉਹੀ ਸਰਵ ਵਿਆਪਕ ਹੈ ਤੇ ਸ੍ਰਿਸ਼ਟੀ ਦਾ ਰਚਨਹਾਰ ਹੈ, ਨਿਰਭਉ, ਨਿਰਵੈਰ ਤੇ ਅਮਰ ਹੈ, ਜੂਨਾਂ ਤੋਂ ਰਹਿਤ ਹੈ, ਜੋ ਪ੍ਰਭੂ ਕਿਰਪਾ ਨਾਲ ਮਿਲਦਾ ਹੈ। ਜਪਜੀ ਸਾਹਿਬ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ। ਜਪਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਗੁਰੂ ਸਾਹਿਬ ਇਸ ਅਗੰਮੀ ਰਸ ਭਰਪੂਰ ਬਾਣੀ ਵਿੱਚ ਸਪਸ਼ਟ ਕਰਦੇ ਹਨ ਕਿ ਕੇਵਲ ਸਰੀਰ ਨੂੰ ਸਾਫ਼ ਕਰਨ ਨਾਲ ਮਨ ਨੂੰ ਸਾਫ਼ ਨਹੀਂ ਕੀਤਾ ਜਾ ਸਕਦਾ। ਚੁੱਪ ਕਰਕੇ ਹੀ ਸ਼ਾਂਤੀ ਨਹੀਂ ਮਿਲਦੀ। ਪਵਿੱਤਰ ਹੋਣ ਲਈ ਬ੍ਰਹਮ ਦੇ ਪਿਆਰ ਵਿੱਚ ਰਹਿਣਾ ਚਾਹੀਦਾ ਹੈ। ਰੱਬ ਦੀ ਨੇੜਤਾ ਜਾਪ, ਸਿਮਰਨ, ਇਲਾਹੀ ਮਦਦ ਅਤੇ ਹਿਰਦੇ ਦੀ ਸਫਾਈ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਬੰਦੇ ਨੂੰ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਤੇ ਅਮਲ ਕਰਨਾ ਲਾਜ਼ਮੀ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਪਰਮਾਤਮਾ ਕੋਲ ਬੇਅੰਤ ਗੁਣ ਹੈ, ਇਸ ਲਈ ਸਾਨੂੰ ਉਸ ਦੇ ਗੁਣ ਗਾ ਕੇ, ਸੁਣ ਕੇ ਮੰਨਣੇ ਚਾਹੀਦੇ ਹਨ ਤੇ ਉਸ ਦੇ ਪਿਆਰ ਨੂੰ ਆਪਣੇ ਦਿਲ ਵਿੱਚ ਬਣਾਈ ਰੱਖਣਾ ਚਾਹੀਦਾ ਹੈ। ਸਵੇਰ ਦੀ ਘੜੀ ਸ਼ੁਭ ਅਤੇ ਰੂਹਾਨੀ ਸ਼ਾਂਤੀ ਨਾਲ ਸਰਸਾਰ ਹੁੰਦੀ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ। ਉਸ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਕੁਦਰਤ ਤਾਂ ਬਦਲਦੀ ਰਹਿੰਦੀ ਹੈ, ਪਰ ਉਹ ਪਰਮਾਤਮਾ ਸਦਾ ਸਦਾ ਇੱਕ ਰਸ ਕਾਇਮ ਰਹਿੰਦਾ ਹੈ। ਤਨ ਨੂੰ ਪਾਣੀ ਨਾਲ ਸਾਫ਼ ਕੀਤਾ ਜਾ ਸਕਦਾ ਹੈ, ਪਰ ਮਨ ਦੇ ਪਾਪਾਂ ਦੀ ਮੈਲ ਪ੍ਰਭੂ ਦਾ ਨਾਮ ਜਪਣ ਨਾਲ ਹੀ ਸਾਫ਼ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਹਨ, ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ, ਇਸ ਨੂੰ ਕੋਈ ਨਹੀਂ ਜਾਣਦਾ।
ਕਿਸੇ ਵੀ ਜੋਗੀ ਨੂੰ ਵੀ ਸ੍ਰਿਸ਼ਟੀ ਦੀ ਰਚਨਾ ਦੇ ਬਾਰੇ ਕੋਈ ਨਹੀਂ ਪਤਾ। ਕੋਈ ਦਿਨ, ਕੋਈ ਵਾਰ, ਕੋਈ ਰੁੱਤ ਤੇ ਕੋਈ ਮਹੀਨੇ ਬਾਰੇ ਨਹੀਂ ਜਾਣਦਾ। ਸਿਰਫ ਉਹ ਕਰਤਾਰ ਜਿਸ ਨੇ ਜਗਤ ਦੀ ਰਚਨਾ ਕੀਤੀ ਹੈ, ਕੇਵਲ ਉਹ ਆਪ ਹੀ ਜਾਣਦਾ ਹੈ। ਫੁਰਮਾਨ ਹੈ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਇ, ਜਾ ਕਰਤਾ ਸਿੱਠੀ ਕੋ ਸਾਜੈ, ਆਪੇ ਜਾਣੈ ਸੋਈ। ਜੋ ਖੋਜਾਂ ਗੈਲੀਲੀਓ ਤੇ ਨਿਊਟਨ ਨੇ ਕੀਤੀਆਂ, ਉਹਨਾਂ ਦੇ ਇਸ਼ਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਪਹਿਲਾਂ ਹੀ ਮਿਲ ਜਾਂਦੇ ਹਨ। ਵਿਸ਼ੇਸ਼ ਤੌਰ 'ਤੇ ਬ੍ਰਹਿਮੰਡ ਦੀ ਉਤਪਤੀ ਬਾਰੇ ਗੁਰੂ ਜੀ 20ਵੀਂ ਪੌੜੀ ਵਿੱਚ ਫਰਮਾਉਂਦੇ ਹਨ, ਪਤਾਲਾ ਪਤਾਲ ਲਖ ਅਗਾਸਾ ਆਗਾਸ, ਔੜਕ ਔੜਕ ਭਾਲ ਥਕੇ, ਵੇਦ ਕਹਿਨ ਇੱਕ ਬਾਤ, ਸਹਿ 18 ਕਹਿਨ ਕਤੇਬਾ, ਅਸਲੂ ਏਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਜਿਸ ਨੇ ਸੰਸਾਰ ਰਚਨਾ ਰਚੀ ਹੈ, ਉਹ ਹੁਣ ਵੀ ਹੈ, ਪਹਿਲਾਂ ਵੀ ਸੀ, ਅੱਗੇ ਵੀ ਹਮੇਸ਼ਾ ਕਾਇਮ ਰਹੇਗਾ। ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ 5 ਖੰਡਾਂ ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਤੇ ਸੱਚਖੰਡ ਬਾਰੇ ਦੱਸਿਆ ਹੈ। ਅੰਤ ਵਾਲੇ ਸਲੋਕ ਵਿੱਚ ਗੁਰੂ ਸਾਹਿਬ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਕਹਿ ਕੇ ਦੱਸਦੇ ਹਨ ਅਤੇ ਦੱਸਦੇ ਹਨ ਕਿ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ ਅਤੇ ਪ੍ਰਭੂ ਦੇ ਦਰ 'ਤੇ ਸ਼ੋਭਾ ਪਾਉਂਦੇ ਹਨ। ਸੋ ਇਸ ਪ੍ਰਕਾਰ ਜਪਜੀ ਸਾਹਿਬ ਪੰਜਾਬੀ ਸਾਹਿਤ ਦੀ ਚੋਟੀ ਦੀ ਸਰਬਕਾਲੀ ਰਚਨਾ ਹੈ। ਭਾਈ ਲਕਸ਼ਵੀਰ ਸਿੰਘ ਨੇ ਮੁਨਾਜ਼ਾਤ-ਏ-ਬਾਮਦਾਦੀ ਦੇ ਰੂਪ ਵਿੱਚ ਜਪਜੀ ਸਾਹਿਬ ਦਾ ਅਨੁਵਾਦ ਫਾਰਸੀ ਭਾਸ਼ਾ ਵਿੱਚ ਕੀਤਾ ਹੈ। ਮੁਨਾਜ਼ਾਤ ਦਾ ਅਰਥ ਉਹ ਗੀਤ ਜੋ ਰੂਹਾਨੀ ਸਰੋਕਾਰਾਂ ਨੂੰ ਮੁਖਾਤਿਬ ਹੋਵੇ ਅਤੇ ਬਾਮਦਾਦੀ ਦਾ ਅਰਥ ਸਵੇਰ ਦਾ ਵਕਤ ਹੈ। ਸੋ ਜਪਜੀ ਸਾਹਿਬ ਬਾਣੀ ਵਿੱਚ ਲੋਕ ਪਰਲੋਕ ਦੀ ਰੂਹਾਨੀਅਤ ਦੇ ਖਜ਼ਾਨੇ ਭਰੇ ਪਏ ਹਨ। ਬਾਣੀ ਹੀ ਗੁਰੂ ਦਾ ਅਸਲੀ ਰੂਪ ਹੈ। ਸੋ ਸਾਨੂੰ ਸਭ ਨੂੰ ਸੱਚਿਆਰ ਤੇ ਰੱਬ ਦੇ ਨਾਮ ਸਿਮਰਨ ਦੁਆਰਾ ਆਪਣੇ ਜੀਵਨ ਵਿੱਚ ਉਸ ਲਾਸਾਨੀ ਹਸਤੀ ਦੇ ਗੁਣਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਅਤੇ ਉਸ ਦੀਆਂ ਰੂਹਾਨੀ ਸ਼ਕਤੀਆਂ ਨੂੰ ਆਪਣੇ ਅੰਦਰੋਂ ਜਾਗਰਤ ਕਰਨ ਲਈ ਰੱਬੀ ਗੁਣਾਂ ਦਾ ਧਾਰਨੀ ਹੋ ਕੇ ਝੂਠ, ਲੋਭ, ਮੋਹ, ਹੰਕਾਰ, ਲਾਲਚ ਵਰਗੇ ਵਿਕਾਰਾਂ ਨੂੰ ਛੱਡ ਕੇ ਉਚੇਰਾ ਜੀਵਨ ਜਿਉਣਾ ਚਾਹੀਦਾ ਹੈ। ਸੋ ਲੋੜ ਹੈ ਅੱਜ ਆਪਣੇ ਹਾਲਾਤਾਂ ਨੂੰ ਬਦਲਣ ਦੀ ਤੇ ਨਫ਼ਰਤ ਤੇ ਝੂਠ ਦੇ ਚੱਲ ਰਹੇ ਕੁਚੱਕਰ ਨੂੰ ਖ਼ਤਮ ਕਰਨ ਦੀ, ਕਿਉਂਕਿ ਕਹਿੰਦੇ ਹਨ, खुदा ने भी आज तक उस कौम की तकदीर नहीं बदली, ना हो एहसास जिसे अपने हालात बदलने का। वाहेगुरु जी का खालसा, वाहेगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਲੈਕਚਰ ਦਾ ਵਿਸ਼ਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ। ਪੈੜ ਗੁਆਚੀ ਲੱਭੇਗੀ, ਫਰਿਆਦ ਕਰੇਗੀ ਕੋਈ ਰਾਹ, ਤੇਰੇ ਪੈਰਾਂ ਦਾ ਸਿਰਨਾਵਾ, ਯਾਦ ਕਰੇਗੀ ਕੋਈ ਰਾਹ। ਸੂਰਜ ਦੀ ਪਹਿਲੀ ਕਿਰਨ, ਉਦਾਸੀਆਂ ਕਰਕੇ ਸੰਸਾਰ ਤਾਰਨ ਵਾਲੇ, ਪਵਿੱਤਰ, ਨਿਰਭਉ, ਨਿਰਵੈਰ ਤੇ ਸਮਾਜ ਦੀ ਹਰ ਬੁਰੀ ਰੀਤ ਨੂੰ ਖਤਮ ਕਰ ਜਾਬਰ ਹਕੂਮਤ ਨਾਲ ਲੜਨ ਵਾਲੇ ਸਨ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਕਿੰਨਾ ਸਕੂਨ ਹੈ ਉਸ ਦੇ ਨਾਮ ਦੇ ਅੰਦਰ, ਆਪਣਾ ਹੀ ਮਜ਼ਾ ਹੈ। ਜਿਵੇਂ ਸ਼ਾਂਤ ਪਾਣੀ ਤੇ ਦੂਜੇ ਹੀ ਪਲ ਉਸ ਦੀ ਤਿੱਖੀ ਤੇ ਤੇਜ਼ ਧਾਰ ਤਲਵਾਰ ਵਰਗੀ ਉੱਚੀ ਸੋਚ ਤੇ ਇਹਨਾਂ ਹੀ ਸੋਚਾਂ 'ਚੋਂ ਨਿਕਲੀ ਉਸ ਦੀ ਤੁਰਕੀ ਬਾਣੀ। ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਸਿਫਤ ਵਿੱਚ ਲਿਖਿਆ ਜਪਜੀ ਸਾਹਿਬ ਦਾ ਪਹਿਲਾ ਸਲੋਕ, ਜਿਸ ਵਿੱਚ ਸਭ ਕੁਝ ਲਿਖ ਦਿੱਤਾ। ਇਹਨਾਂ ਸਤਰਾਂ ਵਿੱਚ ਕੁੱਜੇ ਵਿੱਚ ਸਮੁੰਦਰ ਬੰਦ ਕਰ ਛੱਡਿਆ। ਏਕ ਓਂਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪਜੀ ਸਾਹਿਬ ਰਾਗ ਆਸਾ, ਪੱਟੀ, ਸਿੱਧ ਗੋਸ਼ਟ, 12 ਮਾਹ, ਸੋਹਲੇ ਬਾਣੀਆਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ। ਨਾਨਕ ਫਿੱਕਾ ਬੋਲੀਐ, ਤਨ ਮਨ ਫਿੱਕਾ ਹੋਏ, ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ, ਇਸ ਜਰ ਕਾਰਨ ਕਣੀ ਵਿਗੂਤੀ, ਇਨ ਜਰ ਕਣੀ ਖੁਆਏ, ਪਾਪਾਂ ਬਾਝੋ ਹੋਵੈ ਨਾਹੀਂ, ਮੋਇਆ ਸਾਥ ਨਾ ਜਾਏ ਵਰਗੇ ਅਨਮੋਲ ਸੁੱਚੇ ਮੋਤੀਆਂ ਵਰਗੇ ਉਪਦੇਸ਼ ਦੇ ਕੇ ਸੰਸਾਰ ਨੂੰ ਸੁਨਹਿਰੀ ਉਪਦੇਸ਼ ਦਿੱਤੇ। ਆਪ ਜੀ ਨੇ 3 ਸੁਨਹਿਰੀ ਉਪਦੇਸ਼, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਿੱਤੇ। ਮਿਹਨਤ ਕਰਨੀ ਪੈਂਦੀ ਹੈ ਹੱਥਾਂ ਦੀਆਂ ਲਕੀਰਾਂ ਬਦਲਣ ਲਈ। ਸਾਬਣ ਨਾਲ ਹੱਥ ਧੋ ਕੇ ਲਕੀਰਾਂ ਨਹੀਂ ਬਦਲਦੀਆਂ।
ਆਪ ਦੇ 3 ਸੁਨਹਿਰੀ ਉਪਦੇਸ਼ ਆਪ ਦੀ ਬਾਣੀ ਵਿੱਚੋਂ ਵੇਖਣ ਨੂੰ ਮਿਲਦੇ ਹਨ। ਆਪ ਜੀ ਲਿਖਦੇ ਹੋ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੈ ਸਰਬੱਤ ਦਾ ਭਲਾ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕੁਦਰਤ ਦੇ ਪ੍ਰੇਮੀ ਬਾਬੇ ਨਾਨਕ ਨੇ ਕਿਹਾ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਕੋਈ ਵੀ ਐਸੀ ਗੱਲ ਨਹੀਂ ਜੋ ਆਪ ਜੀ ਦੀ ਬਾਣੀ 'ਚੋਂ ਨਾ ਲੱਭੇ, ਕੋਈ ਐਸਾ ਪਥ ਨਹੀਂ ਜੋ ਆਪ ਜੀ ਨੇ ਪ੍ਰਗਟ ਨਹੀਂ ਕੀਤਾ। ਪਰ ਲੋਕ ਰੱਬ ਨੂੰ ਲੱਭਦੇ ਨੇ ਜੰਗਲਾਂ ਵਿੱਚ, ਪਰ ਹੈ ਉਹ ਕਿੱਥੇ? ਸਾਡੇ ਆਪਣੇ ਅੰਦਰ, ਸਾਡੇ ਮਨ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ। ਸੋ ਅੱਜ ਲੋੜ ਹੈ ਕਿ ਅਸੀਂ ਬਾਬੇ ਨਾਨਕ ਦੀ ਮੂਰਤ ਨਹੀਂ, ਸਗੋਂ ਉਸ ਦੀ ਬਾਣੀ ਦੇ ਪੁਜਾਰੀ ਬਣ ਕੇ ਨਾਮ ਜਪੀਏ, ਵੰਡ ਛਕੀਏ ਤੇ ਕਿਰਤ ਕਰੀਏ। ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਸੱਚ ਬੋਲਣ, ਮੰਦੇ ਬੋਲ ਬੋਲਣ ਤੋਂ ਰੋਕਣ, ਕਿਰਦਾਰ ਭਰਪੂਰ ਜੀਵਨ ਬਤੀਤ ਕਰਨ ਤੇ ਮਿਹਨਤ ਕਰਕੇ ਖਾਣ ਵਰਗੀ ਸਿੱਖਿਆ ਦਿੰਦੀ ਹੈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਿਰ ਸਿੱਲੇ ਖੇਟ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਬਾਣੀ ਤੁਰ ਦੁਰਗਾਹੋਂ ਆਈ ਹੈ। ਗੁਰੂ ਜੀ ਦਾ ਉਪਦੇਸ਼ ਹੈ ਕਿ ਸੱਚ ਇੱਕ ਐਸਾ ਮੋਤੀ ਹੈ ਕਿ ਬੋਲ ਦਿੱਤਾ ਤਾਂ 100 ਝੂਠਾਂ ਤੋਂ ਬਚਿਆ ਜਾ ਸਕਦਾ ਹੈ। ਗਲ ਰੋਲੇ ਲੋਕਾ ਪਾਈਏ, ਸੱਚ ਆਖ ਮਨਾ ਕਿਉਂ ਡਰਨਾ ਏ, ਇਸ ਸੱਚ ਪਿੱਛੇ ਤੂੰ ਤੁਰਨਾ ਏ, ਸੱਚ ਸਦਾ ਆਬਾਦੀ ਕਰਨਾ ਏ, ਸੱਚ ਵਸਤ ਅਚੰਤਾ ਆਈਏ, ਗਲ ਰੋਲੇ ਲੋਕਾ ਪਾਈਏ। ਜੇ ਗੁਰੂ ਨਾਨਕ ਦੇ ਪਿਆਰੇ ਬਣਨਾ ਹੈ ਤਾਂ ਕਿਸੇ ਦੀ ਕਲਮ ਦੇ ਬੋਲ ਹਨ, 13 ਤੋਂ ਬਿੰਦੀ ਲਾਉਣ ਲਈ ਨਾਨਕ ਹੋਣਾ ਪੈਂਦਾ ਹੈ। ਸੋ ਪਿਆਰ ਨਾਲ ਭਰੀਆਂ ਅੱਖਾਂ, ਸ਼ਰਧਾ ਨਾਲ ਝੁਕਿਆ ਹੋਇਆ ਸਿਰ ਤੇ ਸਹਿਯੋਗ ਕਰਦੇ ਹੋਏ ਪਰਮਾਤਮਾ ਨੂੰ ਪਸੰਦ ਹਨ, ਭਾਵ ਗੁਰੂ ਨਾਨਕ ਨਿਰੰਕਾਰੀ ਬਾਬੇ ਨੂੰ ਪਸੰਦ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਲੈਕਚਰ ਦਾ ਵਿਸ਼ਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਸਿੱਧ ਗੋਸ਼ਟ। ਤੇਰੀ ਸ਼ੋਹਰਤ ਦੀਆਂ ਸ਼ਬਾਬਾਂ ਨੇ, 1 ਲੱਖ ਦੀਆਂ ਰਬਾਬਾਂ ਨੇ, ਜ਼ਮਾਨੇ ਨੂੰ ਚਿੰਤਤ ਕੀਤਾ ਏ, ਤੂੰ ਕੁੱਚਾ ਨੰਦਾ ਪੀਤਾ ਏ। ਧਰਮ ਗੁਰੂ ਸਰਬੱਤ ਮਨੁੱਖਤਾ ਦੇ ਸਾਂਝੇ ਹੁੰਦੇ ਹਨ, ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਖਿੜੇ ਮੱਥੇ ਸਵੀਕਾਰਨ ਅਤੇ ਉਹਨਾਂ ਦਾ ਸਾਹਮਣਾ ਕਰਨ ਵਾਲੀ ਵਿਹਾਰਕ ਜੀਵਨ ਸ਼ੈਲੀ ਸਿਖਾ ਕੇ ਲੋਕਾਈ ਦਾ ਸਹੀ ਮਾਰਗਦਰਸ਼ਨ ਕਰਦੇ ਹਨ। ਸੰਸਾਰ ਦੇ ਸਾਰੇ ਪ੍ਰਮੁੱਖ ਧਾਰਮਿਕ ਮਤਾਂ ਦੇ ਬਾਨੀਆਂ ਨੇ ਆਪਣੇ ਸਮੇਂ ਦੇ ਸਮਾਜ ਦੀ ਸਹੀ ਅਗਵਾਈ ਕਰਦੇ ਹੋਇਆਂ ਲੋਕਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ। ਅੱਜ ਤੋਂ 550 ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਦੇ ਭਾਰਤੀ ਉਪ ਮਹਾਂਦੀਪ ਦੇ ਪੰਜਾਬ ਪ੍ਰਦੇਸ਼ ਵਿੱਚ ਪ੍ਰਕਾਸ਼ ਧਾਰਨ ਕਰਕੇ ਲੋਕਾਂ ਨੂੰ ਅਣਖ ਸਵੈਮਾਂ ਨਾਲ ਜਿਉਣ ਵਾਲੀ ਇੱਕ ਨਵੀਂ ਜੀਵਨ ਸ਼ੈਲੀ ਸਿਖਾਉਣ ਦਾ ਵੱਡਾ ਉਪਕਾਰ ਕੀਤਾ। ਇਸ ਜੀਵਨ ਸ਼ੈਲੀ ਨੇ ਸਦੀਆਂ ਤੋਂ ਗੁਲਾਮੀ ਭਰੀ ਜ਼ਿੰਦਗੀ ਜੀ ਰਹੇ ਹਿੰਦੁਸਤਾਨ ਦੀ ਦੱਬੀ ਕੁਚਲੀ ਜਨਤਾ ਵਿੱਚ ਨਵੀਂ ਰੂਹ ਫੂਕ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦਾ ਮੁੱਢ ਬੰਨ੍ਹਿਆ ਤੇ ਬਹੁਤ ਸਾਰੀਆਂ ਬਾਣੀਆਂ ਦੀ ਰਚਨਾ ਕੀਤੀ, ਜਿਵੇਂ ਜਪਜੀ ਸਾਹਿਬ, 12 ਮਾਹ, ਸਿੱਧ ਗੋਸ਼ਟ, ਮਾਝ ਮਲਾਰ, ਵਾਰ ਮਾਝ। ਉਹਨਾਂ ਵਿੱਚੋਂ ਹੀ ਇੱਕ ਅਗੰਮੀ ਤੇ ਰਸ ਭਰਪੂਰ ਬਾਣੀ ਹੈ ਸਿੱਧ ਗੋਸ਼ਟ। ਇਹ ਸਵਾਲ ਤੇ ਜਵਾਬ ਦੀ ਸ਼ਕਲ ਵਿੱਚ ਹੈ। ਸਵਾਲ ਸਿੱਧਾਂ ਨੇ ਪੁੱਛੇ ਤੇ ਜਵਾਬ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਗਏ। ਇਹ ਵਾਰਤਾਲਾਪ ਅੰਤਰ ਧਰਮ ਵਿਚਾਰ ਵਟਾਂਦਰੇ ਦੀ ਇੱਕ ਉਦਾਹਰਨ ਹੈ ਜੋ ਗੁਰੂ ਸਾਹਿਬ ਨੇ ਉਸ ਸਮੇਂ ਵਿੱਚ ਕਾਇਮ ਕੀਤੀ। ਸਿੱਧ ਗੋਸ਼ਟ ਭਾਵ ਪਰਮਾਤਮਾ ਨਾਲ ਮਿਲਾਪ। ਲਫ਼ਜ਼ ਸਿੱਧ ਦਾ ਅਰਥ ਪਰਮਾਤਮਾ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਦੇਸ਼ ਦੇਸ਼ਾਂਤਰਾਂ ਤੇ ਭ੍ਰਮਣ ਦਾ ਕੋਈ ਲਾਭ ਨਹੀਂ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਵਿੱਚ ਜੂਝਣ ਨਾਲ ਹੀ ਜੀਵ ਪਵਿੱਤਰ ਹੋ ਸਕਦਾ ਹੈ। ਸਤਿਗੁਰ ਦੇ ਸੱਚੇ ਸ਼ਬਦ ਭਾਵ ਸਤਿਗੁਰ ਦੀ ਸਿੱਖਿਆ ਤੇ ਚੱਲਣ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਰਹੇ ਇਕਾਂਤ ਏਕੋ ਮਨ, ਵਸਿਆ ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾਕਾ ਦਾਸੋ। ਭਾਵ ਕਿ ਜੋ ਪ੍ਰਾਣੀ ਸੰਸਾਰ ਦੀਆਂ ਆਸਾਂ ਵੱਲੋਂ ਨਿਰਾਸ਼ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਮਨ ਵਿੱਚ ਕੇਵਲ ਇੱਕ ਪ੍ਰਭੂ ਹੀ ਵਸਦਾ ਹੈ, ਉਹ ਪ੍ਰਾਣੀ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਵੱਖ ਇਕਾਂਤ ਵਿੱਚ ਵਸਦੇ ਹਨ। ਅਜਿਹੇ ਸਵਾਲਾਂ ਵਾਲਾ ਜੋ ਪ੍ਰਾਣੀ ਅਗੰਮ ਅਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰਕੇ ਹੋਰਨਾਂ ਨੂੰ ਵੀ ਦਰਸ਼ਨ ਕਰਵਾਉਂਦਾ ਹੈ, ਨਾਨਕ ਉਸ ਪ੍ਰਾਣੀ ਦਾ ਦਾਸ ਹੈ। ਗੁਰੂ ਜੀ ਫਰਮਾਉਂਦੇ ਹਨ, ਜਦੋਂ ਸੱਚਮੁੱਚ ਗੁਰੂ ਦਾ ਦਰ ਪ੍ਰਾਪਤ ਹੋ ਜਾਂਦਾ ਹੈ ਤਾਂ ਇਹ ਚੰਚਲ ਮਨ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਪ੍ਰਭੂ ਦਾ ਨਾਮ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਇਨ ਬਿਦ ਮਨ ਸਮਝਾਈਐ ਪੁਰਖਾ, ਬਾਹੁੜ ਚੋਟ ਨਾ ਖਾਈਐ, ਨਾਨਕ ਬੋਲੇ ਗੁਰਮੁਖ ਬੂਝੈ, ਜੋਗ ਜੁਗਤ ਇਵ ਪਾਈਐ।
ਭਾਵ ਕਿ ਗੁਰੂ ਦੇ ਸਨਮੁਖ ਹੋਣ ਨਾਲ ਹੀ ਜੀਵ ਆਪਣੇ ਮਨ ਨੂੰ ਸਮਝਾਉਣ ਦਾ ਢੰਗ ਸਮਝ ਸਕਦਾ ਹੈ ਅਤੇ ਇਸ ਤਰ੍ਹਾਂ ਜੋਗ ਦੀ ਜੁਗਤ ਲੱਭਦੀ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਗੁਰੂ ਸ਼ਬਦ ਦੀ ਬਰਕਤ ਨਾਲ ਮਨੁੱਖ ਨੂੰ ਯਕੀਨ ਬੱਝਦਾ ਹੈ ਕਿ ਇਹ ਸਾਰਾ ਜਗਤ ਪਸਾਰਾ ਪ੍ਰਭੂ ਨੇ ਆਪਣੇ ਆਪ ਤੋਂ ਬਣਾਇਆ ਹੈ। ਇਸ ਉੱਚੀ ਆਤਮਿਕ ਅਵਸਥਾ 'ਤੇ ਪਹੁੰਚ ਕੇ ਉਹ ਮਨੁੱਖ ਸਭ ਜੀਵਾਂ ਵਿੱਚ ਉਸੇ ਜੋਤ ਨੂੰ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ। ਸਭ ਜੀਵਾਂ ਨਾਲ ਦਇਆ ਪ੍ਰੇਮ ਦਾ ਵਰਤਾਅ ਵਰਤਦਾ ਹੈ ਤੇ ਉਸ ਦਾ ਆਪਣਾ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ। ਗੁਰੂ ਜੀ ਦੇ ਸਨਮੁਖ ਹੋ ਕੇ ਮਨੁੱਖ ਜਿਉਂ-ਜਿਉਂ ਗੁਰੂ ਸ਼ਬਦ ਵਿੱਚ ਜੁੜਦਾ ਹੈ, ਇਸ ਦੀ ਸਮਝ ਉੱਚੀ ਹੁੰਦੀ ਜਾਂਦੀ ਹੈ। ਆਪਣੀ ਆਤਮਾ ਦੀ ਇਸ ਨੂੰ ਸੂਝ ਪੈ ਜਾਂਦੀ ਹੈ ਤੇ ਸੰਸਾਰ ਦੇ ਵਿਤਕਰਾਂ ਤੋਂ ਬਚ ਕੇ ਜਿਉਣ ਦੀ ਜਾਚ ਆ ਜਾਂਦੀ ਹੈ। ਇਸ ਤਰ੍ਹਾਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਉਸ ਨੇ ਗੁਣ ਗ੍ਰਹਿਣ ਕਰਨੇ ਹਨ ਤੇ ਵਿਕਾਰ ਤਿਆਗਣੇ ਹਨ। ਗੁਰੂ ਦੇ ਹੁਕਮ ਵਿੱਚ ਤੁਰਨਾ ਹੀ ਸਭ ਧਰਮ ਪੁਸਤਕਾਂ ਦਾ ਗਿਆਨ ਹੈ। ਗੁਰੂ ਦੀ ਰਜ਼ਾ ਦੇ ਅੰਦਰ ਰਹਿਣਾ ਇਹ ਐਸੀ ਗੁਫਾ ਹੈ ਜਿੱਥੇ ਤ੍ਰਿਸ਼ਨਾ ਦੀ ਅੱਗ ਅੰਦਰਲੀ ਆਤਮਿਕ ਸ਼ਾਂਤੀ ਨੂੰ ਮੁਕਾ ਨਹੀਂ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।